ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ ਬਹੁਤ। ਚਰਨਜੀਤ ਜੀ, 30 ਦਸੰਬਰ ਨੂੰ ਜਿਹੜਾ ਇੱਕ ਆਪਣਾ ਪ੍ਰੋਗਰਾਮ ਵੇਲੇ ਦੀ ਗੱਲ ਦੇ ਵਿੱਚ ਅਮਰੀਕੀ ਕੰਪਨੀ ਵੱਲੋਂ ਵੱਡੇ ਘਰਾਣੇ ਤੇ ਨੋਟਾਂ ਦੀ ਵਰਖਾ ਕੀਤਾ ਗਿਆ ਸੀ, ਉਹਦੇ ਵਿੱਚ ਅੰਕੜਿਆਂ ਦਾ ਸਪਸ਼ਟੀਕਰਨ ਤੇ ਸੋਧ ਕੀ ਹੈ? ਆਤਿਸ਼ ਜਿਹੜੀ ਆਪਾਂ 30 ਤਰੀਕ ਦਾ 30 ਦਸੰਬਰ ਦਾ ਪ੍ਰੋਗਰਾਮ ਕੀਤਾ ਸੀਗਾ, ਉਹਦੀ ਜਿਹੜੀ ਅੰਕੜਿਆਂ ਦੀ ਸੋਧ ਅਤੇ ਸਪਸ਼ਟੀਕਰਨ ਬਾਰੇ ਮੈਂ ਜਿਹੜੀ ਗੱਲ ਕਰਨਾ ਚਾਹਾਂਗਾ, ਜਿਹਦੇ ਬਾਰੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਖਬਰ ਵੀ ਛਪੀ ਸੀਗੀ। ਪੰਜਾਬੀ ਟ੍ਰਿਬਿਊਨ ਵਿੱਚ 31 ਦਸੰਬਰ 2020 ਨੂੰ ਖਬਰ ਕਾਰਪੋਰੇਟੀ ਗੱਫਾ ਸਿਆਸੀ ਘਰਾਣੇ 'ਤੇ ਨੋਟਾਂ ਦਾ ਮੀਂਹ ਬਾਰੇ ਸਪਸ਼ਟ ਕਰਦੇ ਹਾਂ ਕਿ ਉਸ ਵਿੱਚ ਦੱਸੇ ਗਏ ਤਾਜ ਟਰੈਵਲਸ ਪ੍ਰਾਈਵੇਟ ਲਿਮਟਿਡ ਅਤੇ ਭਾਰਤੀ ਵਾਲਮਾਰਟ ਕੰਪਨੀ ਵਿਚਕਾਰ ਹੋਏ ਸਮਝੌਤੇ ਅਨੁਸਾਰ ਤਾਜ ਟਰੈਵਲਸ ਪ੍ਰਾਈਵੇਟ ਲਿਮਟਿਡ ਨੂੰ 7 ਕਨਾਲ 7 ਮਰਲੇ ਭਾਵ 40,000 ਵਰਗ ਫੁੱਟ ਜਗ੍ਹਾ ਲਈ ਮਿਲਣ ਵਾਲੀ ਕਿਰਾਏ ਦੀ ਰਕਮ, ਜੋ ਸਾਲਾਨਾ ਪੌਣੇ 8 ਕਰੋੜ ਰੁਪਏ ਅਤੇ ਰੋਜ਼ਾਨਾ 2,12,000 ਰੁਪਏ ਦੱਸੀ ਗਈ ਸੀ, ਇੰਨੀ ਨਾ ਹੋ ਕੇ 15,10,000 ਰੁਪਏ ਮਾਸਿਕ ਹੈ ਅਤੇ ਇਸ ਹਿਸਾਬ ਨਾਲ 1,81,20,000 ਰੁਪਏ ਸਾਲਾਨਾ ਅਤੇ ਲਗਭਗ 50,333 ਰੁਪਏ ਰੋਜ਼ਾਨਾ ਹੈ। ਇਸ ਤਰ੍ਹਾਂ ਤਾਜ ਟਰੈਵਲ ਨੂੰ ਪਿਛਲੇ ਸਾਲਾਂ ਵਿੱਚ ਮਿਲੀ ਰਕਮ 46.62 ਕਰੋੜ ਨਾ ਹੋ ਕੇ 1.81 ਕਰੋੜ 20,000 ਰੁਪਏ ਸਾਲਾਨਾ ਦੇ ਹਿਸਾਬ ਨਾਲ ਮਿਲੀ ਹੈ। ਇਸੇ ਤਰ੍ਹਾਂ 30 ਸਾਲਾਂ ਵਿੱਚ ਤਾਜ ਟਰੈਵਲਸ ਨੂੰ ਵਾਲਮਾਰਟ ਤੋਂ 233.10 ਕਰੋੜ ਦੀ ਬਜਾਏ 1 ਕਰੋੜ 81 ਲੱਖ 20,000 ਰੁਪਏ ਸਾਲਾਨਾ ਅਤੇ ਲੀਜ਼ ਵਿੱਚ ਹੋਣ ਵਾਲੇ ਵਾਧੇ ਦੀਆਂ ਸ਼ਰਤਾਂ ਅਨੁਸਾਰ ਦੱਸੀ ਗਈ ਰਕਮ ਤੋਂ ਘੱਟ ਰਾਸ਼ੀ ਮਿਲੇਗੀ। ਪੌਣੇ 8 ਕਰੋੜ ਦਾ ਅੰਕੜਾ ਇਸ ਲਈ ਉੱਭਰਿਆ ਕਿਉਂਕਿ ਨਥਾਣਾ ਜ਼ਿਲ੍ਹਾ ਬਠਿੰਡਾ ਦੀ ਸਬ ਤਹਿਸੀਲ ਵਿੱਚ ਦੋਹਾਂ ਪਾਰਟੀਆਂ ਦਰਮਿਆਨ ਰਜਿਸਟਰ ਹੋਈ ਲੀਜ਼ ਡੀਡ, ਜਿਸ ਦਾ ਵਸੀਕਾ ਨੰਬਰ 1352 ਮਿਤੀ 6 ਅਗਸਤ 2014 ਵਿੱਚ ਦਰਜ ਮਾਲੀਅਤ 7 ਕਰੋੜ 77 ਲੱਖ 6,859 ਰੁਪਏ 64 ਪੈਸੇ ਪ੍ਰਤੀ ਸਾਲ ਹੈ। ਪੰਜਾਬੀ ਟ੍ਰਿਬਿਊਨ 'ਚ ਜੋ ਪ੍ਰੋਗਰਾਮ ਵੇਲੇ ਦੀ ਗੱਲ ਪ੍ਰਕਾਸ਼ਿਤ ਹੁੰਦਾ ਹੈ, ਉਹਦੇ ਵਿੱਚ 30 ਦਸੰਬਰ ਨੂੰ ਦੱਸੇ ਗਏ ਸਾਲਾਨਾ ਕਿਰਾਏ ਦੀ ਰਕਮ ਵੀ ਪੌਣੇ 8 ਕਰੋੜ ਰੁਪਏ ਸਾਲਾਨਾ ਨਾ ਹੋ ਕੇ, ਜਿਸ ਤਰ੍ਹਾਂ ਆਪਾਂ ਵੇਰਵਿਆਂ ਦਾ ਜ਼ਿਕਰ ਕੀਤਾ ਹੈ, ਉਸ ਅਨੁਸਾਰ ਹੈ। ਇਸੇ ਕਾਰਨ ਪਿਛਲੇ ਸਾਲਾਂ ਦੌਰਾਨ ਤਾਜ ਟਰੈਵਲ ਨੂੰ ਮਿਲੀ ਕੁੱਲ ਰਕਮ 46 ਕਰੋੜ ਰੁਪਏ ਨਾ ਹੋ ਕੇ 1 ਕਰੋੜ 81 ਲੱਖ 20,000 ਰੁਪਏ ਸਾਲਾਨਾ ਦੇ ਹਿਸਾਬ ਨਾਲ ਹੋਵੇਗੀ। ਵੇਲੇ ਦੀ ਗੱਲ ਵਿੱਚ ਤਾਜ ਟਰੈਵਲਸ ਅਤੇ ਵਾਲਮਾਰਟ ਕੰਪਨੀ ਵਿਚਕਾਰ ਹੋਏ ਸਮਝੌਤੇ ਨੂੰ ਸੇਲ ਡੀਡ ਕਿਹਾ ਗਿਆ ਸੀ, ਜਦੋਂ ਕਿ ਇਹ ਸਮਝੌਤਾ ਸੇਲ ਡੀਡ ਨਾ ਹੋ ਕੇ ਲੀਜ਼ ਡੀਡ ਹੈ। ਅੰਕੜਿਆਂ ਦੀ ਸਹੀ ਵਿਆਖਿਆ ਨਾ ਕਰ ਸਕਣ ਅਤੇ ਲੀਜ਼ ਡੀਡ ਨੂੰ ਸੇਲ ਡੀਡ ਕਹਿਣ ਬਾਰੇ ਸਾਨੂੰ ਖੇਦ ਹੈ। ਇਹ ਸਪਸ਼ਟੀਕਰਨ ਪੰਜਾਬੀ ਟ੍ਰਿਬਿਊਨ ਦੇ ਫੇਸਬੁੱਕ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਸੋਧੇ ਹੋਏ ਵੇਰਵਿਆਂ ਅਨੁਸਾਰ ਇਸ ਤਰ੍ਹਾਂ ਦਿੱਤਾ ਜਾ ਰਿਹਾ ਹੈ। ਇਹ ਸੀ ਅੰਕੜਿਆਂ ਦਾ ਸੋਧ ਅਤੇ ਸਪਸ਼ਟੀਕਰਨ। ਤੇ ਹੁਣ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਦੀ। ਚਰਨਜੀਤ ਜੀ, ਕਿਸਾਨ ਅੰਦੋਲਨ ਚੱਲਦਾ ਆ ਰਿਹਾ ਹੈ, 2 ਮਹੀਨੇ ਦਾ ਜਿਹੜਾ ਸਮਾਂ ਹੈਗਾ ਦਿੱਲੀ ਦੇ ਬਰੂਹਾਂ 'ਤੇ ਬੀਤ ਚੁੱਕਿਆ ਅਤੇ ਕਿਸਾਨਾਂ ਵੱਲੋਂ ਜਿਹੜੀ ਟਰੈਕਟਰ ਮਾਰਚ ਪਰੇਡ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਕੱਢੀ ਜਾਣੀ ਹੈ, ਉਹਦੀ ਪ੍ਰਵਾਨਗੀ ਵੀ ਜਿਹੜੀ ਹੈਗੀ ਹੈ ਕਿਸਾਨਾਂ ਨੂੰ ਮਿਲ ਗਈ ਹੈ। ਅਤੇ ਅਸੀਂ ਜਾਣਨਾ ਚਾਹਾਂਗੇ ਵੀ ਕਿ ਹੁਣ ਇਹ ਟਰੈਕਟਰ ਮਾਰਚ ਜਿਹੜਾ ਹੈ ਕਿਸ ਤਰ੍ਹਾਂ ਦਾ ਰੁਖ ਲਏਗਾ, ਕਿਸ ਤਰ੍ਹਾਂ ਦਾ ਟਰੈਕਟਰ ਮਾਰਚ ਕੱਢਿਆ ਜਾਵੇ? ਆਤਿਸ਼, ਇਹ ਹੈਗਾ ਕਿ ਜਿਹੜੀ ਪ੍ਰਵਾਨਗੀ ਹੈ, ਇਹਨੂੰ ਆਪਾਂ ਇਹ ਨਾ ਦੇਖੀਏ ਕਿ ਪ੍ਰਵਾਨਗੀ ਦਿੱਲੀ ਪੁਲਿਸ ਨੇ ਕੱਲ੍ਹ ਦਿੱਤੀ ਹੈ ਜਾਂ ਕੋਈ ਅਚਨਚੇਤੀ ਇਹ ਫੈਸਲਾ ਲੈ ਲਿਆ। ਇਹਦੇ ਪਿੱਛੇ 2-3 ਹਫ਼ਤਿਆਂ ਤੋਂ ਜਿਹੜੀ ਭਾਰਤ ਸਰਕਾਰ ਹੈ, ਜਿਹੜੀ ਉਹ ਟੋਟਲ ਸੰਘਰਸ਼ ਨੂੰ ਇਵੈਲੂਏਟ ਕਰ ਰਹੀ ਸੀ। ਉਸ ਇਵੈਲੂਏਸ਼ਨ ਦੇ ਵਿੱਚੋਂ ਇਹ ਸਾਰਾ ਕੁਛ ਦੇਖ ਕੇ, ਜਿੰਨਾ ਕਿਸਾਨ ਅੰਦੋਲਨ ਜਦੋਂ ਤੋਂ ਚੱਲ ਰਿਹਾ ਹੈ, ਉਸ ਦਾ ਪਰ ਹਿਸਟੋਰਿਕ ਪੱਖ ਦੇਖ ਕੇ ਔਰ ਮੌਜੂਦਾ ਲੋਕਾਂ ਦਾ ਜਿਹੜਾ ਰੌਂਅ ਹੈ, ਉਸ ਨੂੰ ਦੇ ਕੇ ਦਿੱਲੀ ਪੁਲਿਸ ਨੇ ਆਖਰ ਹੈ ਜਿਹੜਾ ਇਹ ਫੈਸਲਾ ਲਿਆ ਹੈ। ਕੋਈ ਇਹ ਨਹੀਂ ਕਿ ਕੋਈ ਦੇਖਿਆ ਕਿ ਵੀ
ਪਿਛਲਾ ਇਤਿਹਾਸ ਕਿਹੋ ਜਿਹਾ ਰਿਹਾ ਹੈ ਇਸ ਅੰਦੋਲਨ ਦਾ, ਜਾਂ ਪਿੱਛੇ ਰੋਕਾਂ ਖੜੀਆਂ ਕੀਤੀਆਂ ਸੀ ਹਰਿਆਣਾ ਦੇ ਵਿੱਚ, ਉਦੋਂ ਕੀ ਰਿਹਾ। ਇਹਨੂੰ ਅਸੀਂ ਆਪਾਂ ਇਸ ਪ੍ਰਵਾਨਗੀ ਨੂੰ ਜਦੋਂ ਤੋਂ ਦਿੱਲੀ ਪੁਲਿਸ ਦਾ ਇਹ ਫੈਸਲਾ ਆਇਆ ਹੈ ਔਰ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਇਹਨੂੰ ਪ੍ਰਵਾਨ ਕੀਤਾ ਹੈ, ਜੋ ਰੂਟ ਬਾਹਰੀ ਰਿੰਗ ਰੋਡ ਹੈ ਜਿਹੜੀ ਦਿੱਲੀ ਦੀ, ਉੱਥੇ ਕਿਸਾਨ ਜਥੇਬੰਦੀਆਂ ਨੇ ਜਿਸ ਤਰ੍ਹਾਂ ਚਾਹਿਆ ਸੀ ਉਸੇ ਰੂਪ ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਫੈਸਲੇ ਨੂੰ ਆ ਦਿੱਲੀ ਪੁਲਿਸ ਨੇ ਮੰਨ ਲਿਆ ਹੈਗਾ। ਅਤੇ ਉੱਥੋਂ ਜਿਹੜੇ ਬੈਰੀਕੇਡਿੰਗ ਹੈ ਜਿੰਨੀ ਵੀ ਕੀਤੀ ਵੀ, ਉਸ ਨੂੰ ਜਿਹੜਾ ਉਹ ਪੁਲਿਸ ਨੇ ਹਟਾਉਣਾ ਜਿਹੜਾ ਸ਼ੁਰੂ ਕਰ ਦਿੱਤਾ। ਸੋ ਇਸ ਇੱਕ ਗੱਲ ਤੈਅ ਹੈ ਇਸ ਦੇ ਨਾਲ ਕਿ ਜਿਹੜੀ ਕਿਸਾਨ ਪਰੇਡ, ਜਿਹੜੀ ਕਿਸਾਨ ਸ਼ੁਰੂ ਤੋਂ ਕਹਿੰਦੇ ਆ ਰਹੇ ਸੀ ਕਿ ਅਸੀਂ ਹਰ ਹਾਲਤ 'ਚ 26 ਜਨਵਰੀ ਨੂੰ ਜਿਹੜਾ ਟਰੈਕਟਰ ਪਰੇਡ ਹੈ ਉਹ ਕਰਾਂਗੇ ਔਰ ਰਿਪਬਲਿਕ ਡੇ ਹੈ ਜਿਹੜਾ ਉਹ ਮਨਾਵਾਂਗੇ, ਅਤੇ ਉਸ ਨੂੰ ਜਿਹੜਾ ਹੁਣ ਪ੍ਰੈਕਟੀਕਲੀ ਪ੍ਰਵਾਨਗੀ ਮਿਲਣ ਮਗਰੋਂ ਉਹਨੂੰ ਜਿਹੜਾ ਅਮਲ ਦੇ ਵਿੱਚ ਉਹ ਆ ਜਾਏਗੀ। ਇਸ ਨੂੰ ਅਸੀਂ ਕਿਸਾਨਾਂ ਦੀ ਨੈਤਿਕ ਜਿੱਤ ਵਜੋਂ ਵੀ ਦੇਖ ਸਕਦੇ ਹੋ, ਕਿਉਂਕਿ ਇਹਦੇ ਨਾਲ ਇੱਕ ਬੜਾ ਬੂਸਟ ਮਿਲੇਗਾ, ਅਤੇ ਸਰਕਾਰ ਦੀ ਇਹ ਹਾਰ ਵੀ ਦੇਖ ਸਕਦੇ ਹਾਂ, ਕਿਸਾਨਾਂ ਦੀ ਜਿੱਤ ਵੀ ਦੇ ਸਕਦੇ ਹਾਂ। ਪਰ ਇਹ ਕਿਸਾਨਾਂ ਦੀ ਕੋਈ ਪਹਿਲੀ ਜਾਂ ਆਖਰੀ ਜਿੱਤ ਨਹੀਂ। ਅਸਲੀ ਜਿੱਤ ਹੈ ਜਿਹੜੀ ਉਦੋਂ ਹੋਏਗੀ ਕਿ ਜਿਹੜਾ ਸਾਡਾ ਮੂਲ ਮੰਗ ਹੈਗੀ ਹੈ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੀ, ਉਸ ਦੀ ਪੂਰਤੀ ਹੋਏਗੀ, ਉਹ ਸਾਡੀ ਅਸਲ ਜਿੱਤ ਹੋਏਗੀ। ਪਰ ਇਹ ਜਿੱਤ ਹੈ ਸਾਨੂੰ ਜਿਹੜੀ ਉਹ ਧਰਵਾਸ ਦੇਣ ਵਾਲੀ ਹੈ। ਆਤਿਸ਼ ਜੀ, ਇਸ ਤਰ੍ਹਾਂ ਦੀਆਂ ਜਿੱਤਾਂ ਜਿਹੜੀਆਂ ਲਗਾਤਾਰ ਸਾਡੇ ਕਿਸਾਨ ਘੋਲ ਦਾ ਜਿੰਨੇ ਦਾ 1 ਅਕਤੂਬਰ ਤੋਂ ਜਦੋਂ ਪੰਜਾਬ ਦੇ ਵਿੱਚ ਪਹਿਲਾਂ ਸ਼ੁਰੂ ਹੋਇਆ ਸੀ, ਉਸ ਤੋਂ ਲੈ ਕੇ ਕੋਈ ਨਾ ਕਿਸੇ ਰੂਪ ਦੇ ਵਿੱਚ ਕਿਸਾਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈ, ਅਤੇ ਸੈਂਟਰ ਗੌਰਮੈਂਟ ਹੈ ਜਿਹੜੀ ਉਹ ਲਗਾਤਾਰ ਪਿੱਛੇ ਹਟਣਾ ਪੈ ਰਿਹਾ ਹੈ, ਕਿਉਂਕਿ ਕਿਤੇ ਨਾ ਕਿਤੇ ਗੜਬੜ ਹੈ ਜਿਹੜੀ ਉਹ ਸੈਂਟਰ ਦੇ ਸਰਕਾਰ ਦੇ ਤਰਫ ਤੋਂ ਸ਼ੁਰੂ ਤੋਂ ਹੋਈ ਵੀ ਹੈ। ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਇਸ ਗੱਲ ਦਾ ਪਤਾ ਹੈਗਾ ਕਿ ਸਭ ਤੋਂ ਪਹਿਲਾਂ ਕਿ 14 ਅਕਤੂਬਰ ਨੂੰ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂਆਂ ਨੂੰ ਸੈਂਟਰ ਗੌਰਮੈਂਟ ਨੇ ਗੱਲਬਾਤ ਲਈ ਬੁਲਾਇਆ ਸੀ। ਉਹ ਪਹਿਲੇ ਗੇੜ ਦੀ ਜਿਹੜੀ ਗੱਲਬਾਤ ਹੋਈ ਸੀਗੀ। ਤਾਂ ਜਿਸ ਤਰ੍ਹਾਂ ਸਾਡੀ ਭਾਰਤੀ ਹਕੂਮਤ ਦਾ ਇੱਕ ਸੁਭਾਅ ਹੈ ਜਾਂ ਉਹਦਾ ਖਾਸਾ ਹੈਗਾ, ਪਿਛਲਾ ਤਜਰਬਾ ਸਾਨੂੰ ਦੱਸਦਾ, ਚਾਹੇ ਜੰਮੂ ਕਸ਼ਮੀਰ ਨੂੰ ਤੋੜੇ ਜਾਣ ਦਾ ਮਾਮਲਾ ਸੀਗਾ, ਚਾਹੇ ਨਾਗਰਿਕਤਾ ਸੋਧ ਬਿੱਲ ਵਾਲਾ ਸੀਗਾ, ਨੋਟਬੰਦੀ ਵਾਲਾ ਸੀ, GST ਵਾਲਾ ਸੀ, ਕਿ ਸਾਡੀ ਹਕੂਮਤ ਦਾ ਕਦੇ ਵੀ ਇਹ ਚਿਹਰੇ ਮੂਹਰੇ 'ਤੇ ਪ੍ਰਭਾਵ ਨਹੀਂ ਰਿਹਾ ਜਾਂ ਸਾਨੂੰ ਨਜ਼ਰ ਨਹੀਂ ਪਿਆ ਕਿ ਉਹ ਕਿਤੇ ਗੱਲਬਾਤ ਦੇ ਰਾਹ ਪਈ ਹੋਵੇ। ਤਾਂ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨਾ ਇਹ ਆਪਣੇ ਆਪ ਦੇ ਵਿੱਚ ਇੱਕ ਪਹਿਲੀ ਜਿਹੜੀ ਵੱਡੀ ਕਿਸਾਨਾਂ ਦੀ ਜਿੱਤ ਸੀ। ਦੂਸਰੀ, ਚਾਹੇ ਪਹਿਲੀ ਗੱਲਬਾਤ ਦੇ ਵਿੱਚ ਕੋਈ ਸੋਲਿਡ ਜਾਂ ਦੂਸਰੀ ਗੱਲਬਾਤ 'ਚ ਨਹੀਂ ਨਿਕਲਿਆ, ਜਾਂ ਆਪਾਂ ਕਹਿ ਲਓ ਸਾਰੀਆਂ ਗੱਲਾਂ ਬਾਤਾਂ 11 ਗੇੜ ਦੀਆਂ ਹੋ ਚੁੱਕੀਆਂ, ਕੋਈ ਚੀਜ਼ ਸਾਡੇ ਸੋਲਿਡ ਹੱਥ 'ਚ ਨਹੀਂ ਆਈ, ਪਰ ਸਾਨੂੰ ਹਰ ਵਾਰੀ ਇੱਕ ਨਵਾਂ ਬੂਸਟ ਹੈ ਜਿਹੜਾ ਮਿਲਦਾ ਰਿਹਾ ਕਿਸੇ ਨਾ ਕਿਸੇ ਜਿੱਤ ਦੇ ਰੂਪ ਦੇ ਵਿੱਚ। ਦੂਸਰੀ ਗੱਲ, ਤੁਹਾਨੂੰ ਚੇਤੇ ਹੈਗਾ ਕਿ ਜਦੋਂ ਪੰਜਾਬ ਦੇ ਕਿਸਾਨਾਂ ਨੇ ਐਲਾਨ ਕੀਤਾ ਸੀ ਦਿੱਲੀ ਜਾਣ ਦਾ, ਅਤੇ ਰੋਕਾਂ ਖੜੀਆਂ ਕੀਤੀਆਂ ਗਈਆਂ ਸੀ ਹਰਿਆਣਾ ਗੌਰਮੈਂਟ ਵੱਲੋਂ, ਤਾਂ ਉਹ ਰੋਕਾਂ ਨੂੰ ਤੋੜ ਕੇ ਕਿਸਾਨਾਂ ਦਾ ਦਿੱਲੀ ਪੁੱਜਣਾ ਵੀ ਇੱਕ ਬਹੁਤ ਵੱਡੀ ਜਿੱਤ ਸੀ। ਉੱਥੋਂ ਦੀਆਂ ਸਿੰਘੂ ਬਾਰਡਰ 'ਤੇ ਬੈਠਣਾ, ਦੂਸਰੀ ਤਰਫ ਗਾਜ਼ੀਪੁਰ ਬਾਰਡਰ 'ਤੇ ਬੈਠੇ ਨੇ ਜਿਹੜੇ ਉਤਰਾਈ ਵਾਲੇ ਨੇ ਜਾਂ ਯੂਪੀ ਵਾਲੇ ਨੇ, ਇੱਧਰ ਟਿਕਰੀ ਬਾਰਡਰ 'ਤੇ ਬੈਠੇ ਨੇ, ਉਹ ਵੀ ਇੱਕ ਤਰ੍ਹਾਂ ਦੀ ਜਿੱਤ ਸੀਗੀ। ਉਸ ਤੋਂ ਬਾਅਦ ਜਿਹੜੀ ਜਿੱਤ ਦੀ ਲੜੀ ਅੱਗੇ ਵੱਧਦੀ ਹੈ ਜਦੋਂ, ਤਾਂ ਸੈਂਟਰ ਗੌਰਮੈਂਟ ਦਾ ਇਹ ਮੰਨ ਲੈਣਾ ਕਿ ਅਸੀਂ ਇਹਨਾਂ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕਰਨ ਨੂੰ ਤਿਆਰ ਹੈਗੇ ਹਾਂ, ਉਹ ਵੀ ਆਪਣੇ ਆਪ ਵਿੱਚ ਇੱਕ ਜਿੱਤ ਹੈ, ਕਿਉਂਕਿ ਅਜੇ ਤੱਕ ਹਕੂਮਤ ਨੇ ਇਹਨਾਂ ਕਾਨੂੰਨਾਂ ਦੀ ਬੱਲੇ ਬੱਲੇ ਹੀ ਕਰਾਈ ਸੀਗੀ। ਇਸ ਨੂੰ ਚੰਗੇ ਦੱਸਿਆ ਸੀ, ਲੋਕਾਂ ਲਈ ਭਲੇ ਵਾਲੇ ਦੱਸਿਆ ਸੀ। ਉਹਨਾਂ ਦੇ ਵਜ਼ੀਰਾਂ ਨੇ ਵੀ, ਖੁਦ ਵੀ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਵਿੱਚ ਔਰ ਵੱਖ-ਵੱਖ ਸੂਬਿਆਂ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ, ਜਿਸ ਤਰ੍ਹਾਂ ਗੁਜਰਾਤ ਦੇ ਵਿੱਚ ਗਿਆ ਸੀ, ਤਾਂ ਇਹ ਮੰਨ ਲੈਣਾ ਕਿ ਸਾਡੇ ਕਾਨੂੰਨਾਂ 'ਚ ਕੋਈ ਖਾਮੀ ਹੈ ਜਾਂ ਸਾਡੇ ਕਾਨੂੰਨਾਂ 'ਚ ਕੋਈ ਖੋਟ ਹੈ, ਇਹ ਵੀ ਕਿਸਾਨਾਂ ਦੀ ਆਪਣੇ ਆਪ ਵਿੱਚ ਇੱਕ ਵੱਡੀ ਜਿੱਤ ਹੈ, ਕਿਉਂਕਿ ਨਹੀਂ ਤਾਂ ਉਹ ਮੰਨਣ ਨੂੰ ਇਹ ਤਿਆਰ ਹੀ ਨਹੀਂ ਸੀ। ਉਸ ਤੋਂ ਬਾਅਦ ਜਿਹੜੀ ਮੈਂ ਅਗਲੀ ਜਿੱਤ ਦੀ ਦੇਖੀਏ ਤਾਂ ਇਹ ਕਹਿ ਦੇਣਾ ਕਿ ਅਸੀਂ 1.5 ਸਾਲ ਲਈ ਇਹਨਾਂ ਕਾਨੂੰਨਾਂ ਨੂੰ ਮੁਲਤਵੀ ਕਰ ਦਿੰਦੇ ਹਾਂ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿੱਤ ਸੀਗੀ ਕਿਸਾਨਾਂ ਦੀ। ਕੋਈ ਛੋਟੀ ਗੱਲ ਨਹੀਂ ਇਹ ਕਿ ਸਰਕਾਰ ਨੂੰ ਉਹਦੀ ਅਸਲੀਅਤ ਲੋਕਾਂ ਨੂੰ ਦਿਖਾਉਣ ਦੇ ਵਿੱਚ ਜਿਹੜੇ ਕਿਸਾਨ ਹੈ ਉਹ ਸਫਲ ਹੋਏ ਨੇ। ਇਸ ਤਰ੍ਹਾਂ ਹੀ ਟਾਈਮ ਟੂ ਟਾਈਮ ਇਹ ਕਿਸਾਨ ਅੰਦੋਲਨ ਨੂੰ ਫੇਲ ਕਰਨ ਦੇ ਲਈ ਜਿੰਨੀਆਂ ਵੀ ਚਾਲਾਂ ਔਰ ਸਾਜ਼ਿਸ਼ਾਂ ਰਚੀਆਂ ਗਈਆਂ ਸੀਗੀਆਂ, ਉਹਨਾਂ ਨੂੰ ਵੀ ਕਿਸਾਨਾਂ ਨੇ ਫੇਲ ਕੀਤਾ ਹੈ। ਜਿਸ ਤਰ੍ਹਾਂ ਦੇ ਟੈਗ ਕਿਸਾਨਾਂ ਦੇ ਮੋਢਿਆਂ 'ਤੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਨਾਂ ਨੂੰ ਵੀ ਕਿਸਾਨਾਂ ਨੇ ਉਹਨਾਂ ਨੂੰ ਵੀ ਪਾਰ ਕੀਤਾ ਹੈ। ਇਸ ਕਿਸਮ ਦੇ ਜਿਹੜੀਆਂ ਅੜਚਨਾਂ ਸੀ ਜਾਂ ਤੂਫਾਨ ਖੜ੍ਹੇ ਕੀਤੇ ਗਏ ਸੀ, ਉਹਨਾਂ ਦੇ ਵਿੱਚ ਵੀ ਕਿਸਾਨ ਹੈ ਜਿਹੜੇ ਸਫਲ ਹੋ ਕੇ ਨਿਕਲੇ ਨੇ, ਉਹ ਵੀ ਅਸੀਂ ਇੱਕ ਜਿੱਤ ਦੇ ਰੂਪ ਦੇ ਵਿੱਚ ਦੇਖ ਸਕਦੇ ਹਾਂ। ਅਸਲ 'ਚ ਆਤਿਸ਼ ਹੁਣ ਇਹ ਹੈ ਕਿ ਜੇ ਮੋਟੇ ਤੌਰ 'ਤੇ ਦੇਖੀਏ ਕਿ ਨਾ, ਮਸਲਾ ਇਹ ਨਹੀਂ ਕਿ ਹੁਣ ਜਿਵੇਂ ਕਿਸਾਨ ਪਰੇਡ ਹੋਏਗੀ ਜਾਂ ਪੰਜਾਬ 'ਚੋਂ ਪਿਛਲੇ 2-3 ਦਿਨਾਂ ਤੋਂ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਹਰ ਪੌਕਟਾਂ 'ਚੋਂ ਜਾ ਰਹੇ ਆ। ਸ਼ੁਰੂ 'ਚ ਮਾਲਵਾ ਹਮੇਸ਼ਾ
ਅਗਰੈਸਿਵ ਰਿਹਾ ਇਸ ਮਾਮਲੇ 'ਚ, ਘੋਲਾਂ ਦੇ ਮਾਮਲੇ ਦੇ 'ਚ। ਪਰ ਇਸ ਵਾਰ ਜੋ ਰਿਸਪੌਂਡ ਕੀਤਾ ਦੁਆਬੇ ਨੇ ਔਰ ਮਾਝੇ ਨੇ, ਉਹ ਬੜਾ ਕਮਾਲ ਦਾ ਹੈਗਾ। ਅਸੀਂ ਨਿੱਤ ਦੇਖ ਰਹੇ ਹਾਂ ਕਿ ਧੂੜਾਂ ਪੱਟਦੇ ਟਰੈਕਟਰ ਕਿਵੇਂ ਜਰਨੈਲੀ ਸੜਕਾਂ 'ਤੇ ਜਿਹੜੇ ਦੌੜਦੇ ਦਿੱਲੀ ਵੱਲ ਜਾ ਰਹੇ ਨੇ। ਅਸਲ 'ਚ ਇਹ ਹੁਣ ਨਾ ਪਹਿਲੀ ਕੜੀ ਦੇ ਵਿੱਚ ਸੀਗਾ, ਇਹ ਵਿਰੋਧ ਸੀਗਾ ਕਿ ਜਦੋਂ ਸਰਕਾਰ ਨੇ ਬਹੁਤ ਜ਼ਿਆਦਾ ਮਤਲਬ ਅੜੀ ਫੜੀ ਹੈ, ਹੱਠ ਫੜ ਲਈ ਹੈਗੀ ਹੈ, ਤਾਂ ਹੁਣ ਆਪਾਂ ਇਹਨੂੰ ਵਿਰੋਧ ਨਹੀਂ, ਇਹ ਕਾਫੀ ਹੱਦ ਤੱਕ ਇੱਕ ਤਰ੍ਹਾਂ ਦਾ ਨਫ਼ਰਤ ਦੇ ਵਿੱਚ ਵੀ ਤਬਦੀਲ ਹੋ ਚੁੱਕਾ ਹੈ, ਜਿਸ ਨੂੰ ਹੁਣ ਜੇ ਜਿੱਤਣਾ ਹੈਗਾ ਤਾਂ ਉਹਨੂੰ ਮੋਦੀ ਸਰਕਾਰ ਨੂੰ ਜਾਂ ਭਾਰਤ ਸਰਕਾਰ ਨੂੰ ਪਿਆਰ ਨਾਲ ਜਿੱਤਣਾ ਪਏਗਾ, ਤਾਂ ਹੀ ਇਹ ਰੋਹ ਹੈ ਜਾਂ ਜਿਹੜੀ ਨਫ਼ਰਤ ਹੈ ਉਸ ਨੂੰ ਮਨਫੀ ਕੀਤਾ ਜਾ ਸਕੇਗਾ। ਇਹ ਨਹੀਂ ਕਿ ਉੱਥੇ ਜਿਹੜੇ ਡਾਇਰੈਕਟਰ ਹੈ ਜਾਂ ਲੋਕ ਹੈ ਉਹ ਕਿੰਨੇ ਪਹੁੰਚਦੇ ਨੇ। ਕਈ ਵਾਰੀ ਕੀ ਹੁੰਦਾ, ਅਸੀਂ ਦੇਖਦੇ ਹਾਂ ਪੋਲੀਟੀਕਲ ਰੈਲੀਆਂ ਦੇ ਵਿੱਚ ਜਿਹੜੇ ਇਕੱਠੇ ਕੀਤੇ ਹੋਏ ਲੋਕ ਹੁੰਦੇ ਨੇ, ਉਹਨਾਂ ਦੇ ਵਿੱਚ ਲੱਖਾਂ ਦਾ ਇਕੱਠ ਹੋ ਜਾਂਦਾ ਹੈ, ਪਰ ਇਕੱਠ ਦੇ ਵਿੱਚ ਕੋਈ ਜੋਸ਼ ਨਹੀਂ ਹੁੰਦਾ। ਉਹ ਲੱਖ ਵਾਲਾ ਇਕੱਠ ਵੀ ਹੈ ਜਿਹੜਾ, ਉਹ 10,000 ਜਿੰਨਾ ਪ੍ਰਭਾਵ ਦਿੰਦਾ ਹੈਗਾ। ਇੱਧਰ ਜਦੋਂ ਸਾਡਾ ਲੱਖਾਂ ਦਾ ਇਕੱਠ ਹੈ, ਉਹਦੀ ਰੋਹ ਦੀ ਜਿਹੜੀ ਤੜ ਹੈ ਉਹ ਮੈਟਰ ਕਰਦੀ ਹੈ ਜ਼ਿਆਦਾ। ਹੁਣ ਜੇ ਲੱਖ ਦਾ ਟਰੈਕਟਰ ਹੈ, ਉੱਥੇ ਜਿਹੜਾ ਰੋਹ ਹੈ ਉਹ ਕਈ ਤਰ੍ਹਾਂ ਮਲਟੀਪਲਾਈ ਹੋ ਜਾਏਗਾ। ਇਹ ਵੀ ਦੇਖਣ ਵਾਲੀ ਜਿਹੜੀ ਗੱਲ ਹੋਏਗੀ। ਔਰ ਕਿਸਾਨਾਂ ਨੇ ਲਗਾਤਾਰ ਹਰ ਤਰ੍ਹਾਂ ਦੀ ਜਿੱਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਪ੍ਰਾਪਤ ਕੀਤੀ ਹੈਗੀ ਹੈ। ਜਿਵੇਂ ਟੋਟਲੀ ਆਪਾਂ ਇਹ ਕਹਿ ਲਈਏ ਕਿ ਇਹ ਕਿਸਾਨ ਹੈ ਜਿਹੜੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਦੱਸਣ 'ਚ ਸਫਲ ਹੋਏ ਨੇ ਕਿ ਜਿਹੜੀ ਸਾਡੀ ਮੰਗ ਹੈਗੀ ਹੈ, ਖੇਤੀ ਕਾਨੂੰਨ ਕਿਵੇਂ ਮਾੜੇ ਨੇ, ਕਿਵੇਂ ਇਹ ਕਾਰਪੋਰੇਟ ਦੇ ਪੱਖ ਦੇ ਵਿੱਚ ਭੁਗਤਦੇ ਨੇ, ਕਿਵੇਂ ਇਹ ਖੇਤਾਂ ਦੇ ਉਲਟ ਖੜਦੇ ਨੇ, ਇਹ ਦੱਸਣ ਦੇ ਵਿੱਚ ਕਾਮਯਾਬ ਹੋਏ ਨੇ। ਲੋਕਾਂ ਨੂੰ, ਸਮਾਜ ਦੇ ਹਰ ਤਬਕੇ ਨੂੰ, ਪੂਰੇ ਸਮੁੱਚੇ ਦੇਸ਼ ਨੂੰ ਇੰਟਰਨੈਸ਼ਨਲ ਲੈਵਲ 'ਤੇ ਇਹ ਗੱਲ ਸਮਝ ਪੈ ਗਈ ਹੈ ਕਿ ਕਿਸਾਨਾਂ ਦੀ ਜਿਹੜੀ ਮੰਗ ਹੈ ਉਹ ਤਰਕ ਸੰਗਤ ਹੈਗੀ ਹੈ ਔਰ ਉਹ ਨਿਆਂ ਵਾਲੀ ਹੈਗੀ ਹੈ, ਅਤੇ ਇਹਨਾਂ ਕਿਸਾਨਾਂ ਨੂੰ ਜਿਹੜਾ ਨਿਆਂ ਮਿਲਣਾ ਚਾਹੀਦਾ ਹੈ। ਟੋਟਲੀ ਘੋਲ ਦੇ ਵਿੱਚੋਂ ਇਹ ਗੱਲ ਉੱਭਰੀ ਹੈ, ਕਿਸਾਨ ਹੈ ਜਿਹੜੀ ਸੈਂਟਰ ਗੌਰਮੈਂਟ ਹੈ, ਭਾਰਤ ਸਰਕਾਰ ਹੈ, ਉਹ ਕਟਹਿਰੇ 'ਚ ਖੜੀ ਹੈ। ਸੋ ਇਹ ਪ੍ਰਵਾਨਗੀ ਹੈ ਜਿਹੜੀ, ਜਿੱਥੇ ਦੂਸਰੀਆਂ ਜਿੱਤਾਂ ਹੋਈਆਂ, ਇਹ ਵੀ ਜਿੱਤ ਇੱਕ ਵੱਡੀ ਹੈਗੀ ਹੈ, ਪਰ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਅਜੇ ਸੰਭਲ ਕੇ ਚੱਲਣ ਦੀ ਲੋੜ ਪਏਗੀ, ਇਸੇ ਸਬਰ ਨਾਲ, ਇਸੇ ਸੰਤੋਖ ਨਾਲ, ਤਾਂ ਕਿ ਜਿਹੜੀ ਮੂਲ ਜਿੱਤ ਹੈ ਉਹ ਦਰਜ ਕੀਤੀ ਜਾ ਸਕੇ। ਚਰਨਜੀਤ ਜੀ, ਕਿਸਾਨਾਂ ਦੀ ਪਹਿਲੇ ਦਿਨ ਤੋਂ ਇੱਕੋ ਮੰਗ ਰਹਿ ਰਹੀ ਹੈ ਕਿ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰੇ, ਅਤੇ ਕੇਂਦਰ ਸਰਕਾਰ ਹਰ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਦੀ ਕੋਈ ਨਾ ਕੋਈ ਮੰਗ ਮੰਨ ਕੇ ਜਾਂ ਕਿਸੇ ਤਰ੍ਹਾਂ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ਾਂ ਕਰਦੀ ਰਹੀ ਹੈ। ਪਰ ਜਿਹੜੀ ਇਹ 11ਵੇਂ ਗੇੜ ਦੀ ਮੀਟਿੰਗ ਹੋ ਕੇ ਹਟੀ ਹੈ, ਇਹਦੇ ਵਿੱਚ ਕੇਂਦਰ ਸਰਕਾਰ ਨੇ ਸਾਫ਼ ਕਹਿ ਤਾ ਵੀ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਇਸ ਤੋਂ ਇਲਾਵਾ ਕੋਈ ਹੱਲ ਨਿਕਲ ਸਕਦਾ ਤਾਂ ਕੱਢ ਲਓ। ਜਿਵੇਂ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਇਸ ਟਾਈਮ ਅਖਤਿਆਰ ਕੀਤਾ ਹੋਇਆ ਹੈ, ਇਸ ਨੂੰ ਤੁਸੀਂ ਕਿਵੇਂ ਦੇਖੋ, ਜਿਹੜੀ ਡੈਡਲੌਕ ਵਾਲੀ ਪੋਜੀਸ਼ਨ ਹੈਗੀ ਹੈ ਸਰਕਾਰ ਨੇ, ਸ਼ੁਰੂ 'ਚ ਠੀਕ ਹੈ, ਕਈ ਗੇੜ ਦੀਆਂ ਗੱਲਾਂ ਬਾਤਾਂ ਲਗਾਤਾਰ ਹੁੰਦੀਆਂ ਰਹੀਆਂ ਨੇ, ਪਰ ਜਿਹੜੀ ਡੈਡਲੌਕ ਖੜਾ ਕਰਨਾ ਇਹ ਕੋਈ ਆਮ ਗੱਲ ਨਹੀਂ ਹੈਗੀ ਹੈ। ਇਹਦੇ ਵਿੱਚ ਸਰਕਾਰ ਇੱਕ ਮੈਸੇਜ ਦੇਣਾ ਚਾਹੁੰਦੀ ਹੈ ਡੈਡਲੌਕ ਕਰਕੇ ਕਿ ਜਾਓ, ਅਸੀਂ ਨਹੀਂ ਤੁਹਾਡੀ ਪਰਵਾਹ ਕਰਦੇ, ਇੱਕ ਦਬਕੇ ਦੇ ਰੂਪ ਦੇ ਵਿੱਚ, ਤਾਂ ਕਿ ਜਿਹੜੇ ਕਿਸਾਨ ਹੈ ਉਹ ਇੱਕ ਤਰ੍ਹਾਂ ਦਾ ਡਰ ਜਾਏ ਜਾਂ ਦੂਜੇ ਇਕੱਠ ਦੇ ਵਿੱਚ ਇੱਕ ਜਿਹੜਾ ਨਿਰਾਸ਼ਤਾ ਫੈਲ ਜਾਵੇ ਜਾਂ ਗਲਤ ਮੈਸੇਜ ਜਾਵੇ। ਪਰ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਕਿ ਡੈਡਲੌਕ ਕਿਸੇ ਤਰ੍ਹਾਂ ਵੀ ਸਟੇਟ ਦੇ ਪੱਖ 'ਚ ਜਾਂ ਕਿਸਾਨਾਂ ਦੇ ਪੱਖ ਵਿੱਚ ਨਹੀਂ ਭੁਗਤੇਗਾ। ਦੋਹਾਂ ਧਿਰਾਂ ਨੂੰ ਬੈਠ ਕੇ ਗੱਲ ਕਰੇ। ਡੈਡਲੌਕ ਦਾ ਜੇ ਗੱਲਬਾਤ ਅਸੀਂ ਨਹੀਂ ਕੀਤੀ ਤਾਂ ਉਹਦਾ ਖਮਿਆਜਾ 'ਚ ਪੂਰਾ ਦੇਸ਼ ਭੁਗਤ ਰਿਹਾ, ਦੇਸ਼ ਦਾ ਜਿਹੜਾ ਅੰਨਦਾਤਾ ਹੈ ਉਹ ਭੁਗਤ ਰਿਹਾ ਹੈ। ਜੇ ਇਹੀ ਕਾਨੂੰਨ ਆ, ਜਿਹੜੇ ਖੇਤੀ ਕਾਨੂੰਨ, ਅਸੀਂ ਪਹਿਲਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਬਣਾਏ ਹੁੰਦੇ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ। ਅਤੇ ਜੇ ਅੱਜ ਅਸੀਂ ਗੱਲਬਾਤ ਤੋੜਦੇ ਹਾਂ ਤਾਂ ਉਹਦੇ ਕੀ ਰਿਜ਼ਲਟ ਨਿਕਲਣਗੇ, ਉਹ ਤੋਂ ਵੀ ਸਾਡੀ ਜਿਹੜੀ ਗੌਰਮੈਂਟ ਹੈ ਉਹ ਭਲੀ ਭਾਂਤ ਜਾਣੂ ਹੈ। ਸਰਕਾਰ ਹੁਣ ਕੀ ਕਰ ਰਹੀ ਹੈ ਜਾਂ ਸ਼ੁਰੂ ਤੋਂ ਕੀ ਕਰ ਰਹੀ ਹੈ, ਉਹ ਸਾਡੇ ਕਿਸਾਨ ਘੋਲ ਦੇ ਕੋਈ ਨਾ ਕੋਈ ਨੁਕਸ ਲੱਭ ਰਹੀ ਹੈ ਕਿ ਸਾਨੂੰ ਇੱਥੇ ਇਹ ਚੀਜ਼ ਮਿਲ ਜੇ। ਜਿਸ ਤਰ੍ਹਾਂ ਹੁਣ ਤੁਸੀਂ ਸੁਣਿਆ ਹੀ ਹੈ, ਸਾਡੇ ਦਰਸ਼ਕਾਂ ਨੂੰ ਵੀ ਪਤਾ ਹੈ ਕਿ ਪਿਛਲੇ 2 ਦਿਨਾਂ 'ਚ ਉੱਥੇ ਕੀ ਸਿੰਘੂ ਬਾਰਡਰ 'ਤੇ, ਟਿਕਰੀ ਬਾਰਡਰ 'ਤੇ ਹੋ ਰਿਹਾ ਹੈਗਾ ਕਿ ਉੱਥੇ ਇੱਕ ਨੌਜਵਾਨ ਹੈ ਜਿਹੜਾ ਸ਼ੱਕੀ ਹਾਲਤ ਦੇ ਵਿੱਚ ਫੜਿਆ ਗਿਆ ਹੈਗਾ, ਔਰ ਉਸ ਤੋਂ ਬਾਅਦ ਪੁਲਿਸ ਦੀ ਕਸਟਡੀ ਦੇ ਵਿੱਚ ਇਹ ਹੈ ਕਿਸ ਤਰ੍ਹਾਂ ਉਹ ਕਿਸਾਨ ਜਿਹੜਾ ਨੌਜਵਾਨ ਹੈ ਆਪਣੇ ਬੈਨਾਂ ਤੋਂ ਪਲਟੀ ਮਾਰ ਰਿਹਾ ਹੈ, ਜਾਂ ਉੱਥੇ ਇੱਕ ਸ਼ੱਕੀ ਹਾਲਤ ਦੇ ਵਿੱਚ ਰਾਤ ਕਾਰ ਫੜੀ ਗਈ ਹੈ। ਥੋੜ੍ਹੇ ਦਿਨ ਪਹਿਲਾਂ ਇੱਕ ਉੱਥੇ ਟੈਂਟ ਨੂੰ ਅੱਗ ਲਾਉਂਦਾ ਇੱਕ ਆਦਮੀ ਜਿਹੜਾ ਫੜ ਲਿਆ ਗਿਆ ਸੀ। ਤਾਂ ਇਸ ਕਿਸਮ ਦੀਆਂ ਜਿਹੜੀਆਂ ਬੁਣਤਾਂ ਹੈ, ਆਉਂਦੇ ਦਿਨਾਂ 'ਚ ਸੈਂਟਰ ਸਰਕਾਰ ਹੋਰ ਬੁਣ ਸਕਦੀ ਹੈ। ਤਾਂ ਲੋੜ ਇਸ ਗੱਲ ਦੀ ਹੈ ਕਿ ਜਿਹੜੀ ਇਹ ਐਨਰਜੀ ਹੈਗੀ ਹੈ ਕਿ ਸਾਜ਼ਿਸ਼ਾਂ ਜਾਂ ਚਾਲਾਂ ਵਿੱਚ ਲਾਉਣ ਦੀ ਥਾਂ ਇੱਕ ਚੰਗੀ ਗੱਲਬਾਤ ਵਿੱਚ ਲਾਈ ਜਾਵੇ। ਚਰਨਜੀਤ ਜੀ, ਤੁਸੀਂ ਗੱਲ ਸ਼ੁਰੂ ਕੀਤੀ ਸੀ ਟਰੈਕਟਰ ਪਰੇਡ ਤੋਂ, ਅਤੇ ਅਸੀਂ ਮੁੜ ਟਰੈਕਟਰ ਪਰੇਡ 'ਤੇ ਹੀ ਆਉਂਦੇ ਹਾਂ ਵੀ ਕਿ ਉੱਥੇ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੋਂ ਜਿਹੜਾ ਹੈਗਾ ਵੱਡੀ ਗਿਣਤੀ 'ਚ ਕਿਸਾਨ ਟਰੈਕਟਰ ਲੈ ਕੇ ਦਿੱਲੀ ਪਹੁੰਚ ਰਹੇ ਨੇ। ਇਸ ਤੋਂ ਇਲਾਵਾ ਵੀ ਦੇਸ਼ ਭਰ ਦਾ ਲੋਕ ਜਿਹੜੇ ਹੈ ਪਰੇਡ ਵਿੱਚ ਹਿੱਸਾ ਲੈਣ ਲਈ ਪਹੁੰਚ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਇਹ ਟਰੈਕਟਰ ਪਰੇਡ ਕਿਹੋ ਜਿਹੀ ਹੋਏਗੀ ਅਤੇ ਇਹਦਾ ਅਸਰ ਕੀ ਰਹੇਗਾ।
ਦੇਖੋ ਜਿਵੇਂ ਪੰਜਾਬੀ 'ਚ ਕਿਹਾ ਜਾਂਦਾ ਕਿ ਪਿੰਡ ਹੈ ਜਿਹੜਾ ਉਹ ਗੁਹਾਰਿਆਂ ਤੋਂ ਪਹਿਚਾਣਿਆ ਜਾਂਦਾ ਹੈ। ਜਿਸ ਤਰ੍ਹਾਂ ਪਿਛਲੇ ਇੱਕ ਹਫ਼ਤੇ ਦੇ ਵਿੱਚ ਟਰੈਕਟਰ ਲੈ ਕੇ ਕਿੰਨੇ ਜਜ਼ਬੇ ਨਾਲ, ਕਿੰਨੇ ਜੋਸ਼ ਨਾਲ ਪਿੰਡਾਂ 'ਚੋਂ ਤੁਰ ਰਹੇ ਨੇ। ਜੇ ਕੋਈ ਪਿੰਡਾਂ 'ਚੋਂ ਟਰੈਕਟਰ ਨਹੀਂ ਵੀ ਜਾ ਰਿਹਾ, ਉਹਦੇ ਸਾਥੀ ਹੈ ਜਿਹੜੇ ਉਸ ਨੂੰ ਸ਼ਗਨ ਦੇ ਰੂਪ 'ਚ 2100 ਰੁਪਈਆ ਦੇ ਰਹੇ ਨੇ। ਤਾਂ ਇਹ ਤੋਂ ਸਾਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਸਾਨੂੰ ਇੱਕ ਤਾਂ ਪਤਾ ਹੈ ਕਿ ਬਹੁਤ ਕਾਮਯਾਬ ਔਰ ਦੁਨੀਆ ਦੇ ਵਿੱਚ ਇੱਕ ਹਿਸਟੋਰਿਕ ਹੈ ਜਿਹੜੀ ਕਿਸਾਨਾਂ ਦੀ ਪਰੇਡ ਹੋਏਗੀ, ਕਿਉਂਕਿ ਸਾਡੇ ਰਿਪਬਲਿਕ ਡੇ 'ਤੇ ਕਦੇ ਵੀ ਇਸ ਕਿਸਮ ਦਾ ਸਾਨੂੰ ਸੀਨ ਹੈ ਜਿਹੜਾ ਦੇਖਣ ਨੂੰ ਨਹੀਂ ਮਿਲਿਆ। ਔਰ ਪੂਰੀ ਦੁਨੀਆ ਜਿਹੜੀ ਇਸ ਨੂੰ ਦੇਖੇਗੀ। ਪਤਾ ਲੱਗਿਆ ਕਿ ਇੰਟਰਨੈਸ਼ਨਲ ਮੀਡੀਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਦਿੱਲੀ ਵੱਲ ਪਹੁੰਚਣਾ ਸ਼ੁਰੂ ਹੋ ਗਿਆ ਹੈਗਾ। ਤਾਂ ਆਪਾਂ ਇਹਨੂੰ ਇੱਕ ਇਹ ਨਹੀਂ ਦੇਖ ਸਕਦੇ ਕਿ ਇਹ ਇਕੱਲੀ ਕਿਸਾਨ ਪਰੇਡ ਹੈ। ਆਤਿਸ਼, ਇਹ ਕਿਸਾਨ ਪਰੇਡ ਨਹੀਂ, ਨਾ ਕੋਈ ਇੱਕ ਝਾਕੀ ਹੈ। ਇਹ ਤਾਂ ਇੱਕ ਸਮਾਜ ਦੀ ਇੱਕ ਝਲਕ ਹੈ। ਸਾਡੀ ਜਿਹੜੀ ਖੇਤੀ ਦਾ ਇੱਕ ਦਰਪਣ ਹੋਏਗਾ, ਕਹਿਣ ਨੂੰ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਿਸਾਨਾਂ ਦੀ ਹੋਏਗੀ। ਇਹ ਸਮੁੱਚੇ ਸਮਾਜ ਦਾ ਇੱਕ ਸ਼ੀਸ਼ਾ ਹੋਏਗਾ। ਪਿਛਲੇ ਟਾਈਮ ਦੇ ਵਿੱਚ ਜਿੰਨੇ ਗੌਰਮੈਂਟ ਨੇ ਫੈਸਲੇ ਲਏ ਹੈ, ਜਿਨ੍ਹਾਂ ਲੋਕਾਂ ਨੂੰ ਦਬਾ ਕੇ ਰੱਖਿਆ ਗਿਆ ਹੈਗਾ, ਉਹ ਇੱਕ ਰੋਹ ਹੈ ਜਿਹੜਾ ਕਮੂਲੇਟ ਹੋਇਆ ਪਿਆ, ਉਹ ਸਾਨੂੰ ਇੱਕ ਵੱਖ-ਵੱਖ ਝਾਕੀਆਂ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ। ਔਰ ਇਹਦੇ ਇੱਕ ਵੱਡੇ ਸੁਨੇਹੇ ਹੋਣਗੇ ਸਾਡੀ ਸਰਕਾਰ ਲਈ ਵੀ, ਦੇਸ਼ ਲਈ ਵੀ, ਕਿਉਂਕਿ ਇੱਕ ਤਾਂ ਬੜਾ ਜ਼ਾਬਤੇ ਵਾਲਾ ਜਿਹੜਾ ਟੋਟਲ ਟਰੈਕਟਰ ਪਰੇਡ ਜਾਂ ਮਾਰਚ ਕਹਿ ਲਈਏ ਉਹ ਹੋਏਗਾ, ਜਿਹੜੀ ਤੈਅਸ਼ੁਦਾ ਰੂਟ ਹੈਗਾ, ਜਿਹੜੀ ਰੂਟ ਪਲਾਨ ਦਿੱਤੀ ਗਈ ਹੈ, ਬੜਾ ਜ਼ਾਬਤੇ 'ਚ ਹੋਏਗਾ। ਔਰ ਇਹ ਦੱਸਣ 'ਚ ਕਾਮਯਾਬ ਹੋਏਗਾ ਕਿ ਅਸੀਂ ਲੋਕ ਹੈ ਜਿਹੜੇ ਇਸ ਇਕੱਠ ਦੇ ਵਿੱਚ ਆਏ ਹਾਂ, ਅਸੀਂ ਨਾ ਤਾਂ ਹੰਭੇ ਹਾਂ ਅਤੇ ਨਾ ਹੀ ਥੱਕੇ ਹਾਂ। ਇਹ ਵੀ ਸੁਨੇਹਾ ਦੇਗਾ ਹਕੂਮਤ ਨੂੰ ਕਿ ਸਾਡੀ ਜਿਹੜੀ ਯੂਨਿਟੀ ਹੈ ਉਸ 'ਤੇ ਤਰ੍ਹਾਂ ਦੇ ਉਸ ਨੂੰ ਲਕਬ ਦੇ ਕੇ ਤੋੜਿਆ ਨਹੀਂ ਜਾ ਸਕਦਾ। ਅਸੀਂ ਇਕੱਠੇ ਹੋਏ ਲੋਕ ਹਾਂ। ਪੂਰਾ ਸਮੁੱਚਾ ਜਿਹੜਾ ਸਮਾਜ ਹੈ ਉਹ ਇੱਕ ਕੜੀ ਦੇ ਵਿੱਚ ਪਰੋਇਆ ਹੋਇਆ ਹੈ। ਇਸ ਤਰ੍ਹਾਂ ਹੀ ਉਹ ਇੱਕ ਸੁਨੇਹਾ ਦੇਣਗੇ ਕਿ ਅਸੀਂ ਲੰਬੀ ਲੜਾਈ ਲੜਨ ਦੇ ਯੋਗ ਹੈਗੇ ਹਾਂ, ਇੱਕ ਲੰਬਾ ਸਾਡੇ 'ਚ ਦਮ ਹੈਗਾ। ਤਾਂ ਇਸ ਕਿਸਮ ਦੇ ਮੈਸੇਜ ਹੈ ਜਿਹੜੀ ਕਿਸਾਨ ਪਰੇਡ ਹੈ ਜਾਂ ਟਰੈਕਟਰ ਪਰੇਡ ਕਹਿ ਲਓ ਇਹਨੂੰ, ਉਹ ਦੇਗੀ, ਇੱਕ ਬਹੁਤ ਵੱਡਾ ਸੁਨੇਹਾ ਦੇਗੀ। ਇਸ ਤੋਂ ਬਾਅਦ ਕੀ ਹੋਏਗਾ, ਇਸ 'ਤੇ ਵੀ ਨਜ਼ਰਾਂ ਲੱਗੀਆਂ ਹੋਈਆਂ ਨੇ। ਇਹ ਇੱਕ ਬਹੁਤ ਵੱਡਾ ਸੁਨੇਹਾ, ਬਹੁਤ ਵੱਡਾ ਜਜ਼ਬਾ ਜਿਹੜਾ ਕਿਸਾਨਾਂ 'ਚ, ਸਮੁੱਚੇ ਸਮਾਜ 'ਚ ਭਰ ਕੇ ਜਾਏਗੀ। ਔਰ ਸਾਡੀ ਜਿਹੜੀ ਭਾਰਤੀ ਹਕੂਮਤ ਹੈ ਉਹਦੀਆਂ ਵੀ ਨਜ਼ਰਾਂ ਹੁਣ ਇਸ 'ਤੇ ਲੱਗੀਆਂ ਹੋਈਆਂ ਨੇ। ਉਸ ਨੂੰ ਵੀ ਆਉਣ ਵਾਲੇ ਦਿਨਾਂ ਵਿੱਚ ਜਲਦੀ ਇਸ ਦਾ ਨਿਪਟਾਰਾ ਕਰਨਾ ਪਏਗਾ, ਕਿਉਂਕਿ ਕਿਸਾਨਾਂ ਨੂੰ ਹੁਣ ਇਸ ਦਾ ਨੁਕਸਾਨ ਨਹੀਂ। ਕਿਸਾਨ ਤਾਂ ਜਿਹੜੇ ਅਵੇਅਰ ਹੋ ਚੁੱਕੇ ਨੇ, ਪੂਰਾ ਤਬਕਾ ਅਵੇਅਰ ਹੋ ਚੁੱਕਾ ਹੈ। ਇਸ ਕਰਕੇ ਚੰਗਾ ਹੈ ਕਿ ਕਿਸਾਨ ਪਰੇਡ ਤੋਂ ਸਬਕ ਲੈਂਦੇ ਹੋਏ ਸਾਡੀ ਭਾਰਤ ਸਰਕਾਰ ਸਾਡੇ ਠੰਡ ਦੇ ਮੌਸਮ 'ਚ ਬੈਠੇ ਕਿਸਾਨ ਧਿਰਾਂ ਨਾਲ, ਜਥੇਬੰਦੀਆਂ ਨਾਲ ਮੁੜ ਗੱਲਬਾਤ ਤੋਰੇ ਤਾਂ ਕਿ ਇਸ ਦਾ ਕੋਈ ਸੁਖਾਵਾਂ ਹੱਲ ਨਿਕਲ ਸਕੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਦੱਸਿਆ ਵੀ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ 4 ਮਹੀਨਿਆਂ ਤੋਂ ਬੜੇ ਸ਼ਾਂਤਮਈ ਢੰਗ ਦੇ ਨਾਲ ਇਹ ਸੰਘਰਸ਼ ਕੀਤਾ ਜਾ ਰਿਹਾ ਅਤੇ ਉਹਨਾਂ ਵੱਲੋਂ ਇਹ ਟਰੈਕਟਰ ਮਾਰਚ ਪਰੇਡ ਵੀ ਜਿਹੜੀ ਹੈ ਬਹੁਤ ਹੀ ਸ਼ਾਂਤਮਈ ਢੰਗ ਨਾਲ ਕੱਢੀ ਜਾਵੇਗੀ। ਅਤੇ ਇਹ ਪਰੇਡ ਜਿਹੜੀ ਹੈ ਇੱਕ ਸਮਾਜ ਲਈ ਇੱਕ ਨਵਾਂ ਸੁਨੇਹਾ ਲੈ ਕੇ ਆਏਗੀ, ਲੋਕਾਂ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ। ਬਾਕੀ ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।